3.5% ਦੇ ਨੇੜੇ ਤੇੜੇ GDP ਗਰੋਥ ਆਈ ਹੈਗੀ ਹੈ ਐਗਰੀਕਲਚਰ ਸੈਕਟਰ ਦੇ ਵਿੱਚ, ਪਰ ਬਾਕੀ ਦੇ ਜਿੰਨੇ ਵੀ ਬਾਕੀ ਸੈਕਟਰ ਹੈਗੇ ਆ ਉਹਨਾਂ ਦੇ ਵਿੱਚ ਬੜੀ ਡਾਊਨਫਾਲ ਹੋਈ ਹੈ। ਔਰ ਸਾਡੀਆਂ ਜਿਹੜੀਆਂ ਕੋਰ ਇੰਡਸਟਰੀਜ਼ ਹੈ, ਸੀਮੈਂਟ ਹੋ ਗਿਆ, ਸਟੀਲ ਹੋ ਗਿਆ, ਪੈਟਰੋਲੀਅਮ ਹੋ ਗਿਆ, ਉਹਨਾਂ ਵਿੱਚ ਬੜੀ ਮੇਜਰ ਜਿਹੜੀ ਹੈ ਸਾਡੀ ਗਿਰਾਵਟ ਆਈ ਹੋਈ ਹੈ। ਪੈਟਰੋਲੀਅਮ ਜਿਹੜੇ ਟੈਕਸਿਸ ਹੈਗੇ ਘਟਾ ਕੇ ਕੁਝ ਰਾਹਤ ਮਿਲ ਸਕਦੀ ਸੀ, ਉਹ ਨਹੀਂ ਦਿੱਤੀ ਗਈ। ਸੋ ਕਈ ਚੀਜ਼ਾਂ ਹੈਗੀਆਂ ਵਾ ਹਾਲੇ ਜੋ ਤਾਲਮੇਲ ਸਰਕਾਰ ਦਾ ਔਰ ਪੰਜਾਬ ਸਰਕਾਰ ਦਾ ਔਰ ਕੇਂਦਰ ਸਰਕਾਰ ਦਾ ਜਾਂ ਬਾਕੀ ਦੇ ਸੂਬੇ ਦੀਆਂ ਸਰਕਾਰਾਂ ਦਾ ਔਰ ਕੇਂਦਰ ਸਰਕਾਰ ਦਾ ਹੋਣਾ ਚਾਹੀਦਾ ਵੈ, ਉਹ ਇਸ ਐਡੀ ਮਹਾਮਾਰੀ ਨੂੰ ਲੜਨ 'ਚ ਨਾਕਾਫੀ। ਸੈਂਟਰ ਸਰਕਾਰ ਵੱਲੋਂ ਇਹਨੂੰ ਐਕਟ ਆਫ ਗੋਡ ਕਿਹਾ ਜਾ ਰਿਹਾ, ਕੀ ਇਹ ਸੱਚੀ ਐਕਟ ਆਫ ਗੋਡ? 8% ਤੋਂ ਤੁਸੀਂ 3% 'ਤੇ ਆ ਗਏ ਸੀ, ਉਹ ਤਾਂ ਐਕਟ ਆਫ ਗੋਡ ਨਹੀਂ ਸੀ ਨਾ। ਉਹ ਤਾਂ ਤੁਸੀਂ ਕੋਈ ਨਾ ਕੋਈ ਤੁਹਾਡੀਆਂ ਲੈਪਸਿਸ ਸੀਗੀਆਂ, ਤੁਹਾਡੀਆਂ ਪਾਲਿਸੀ ਲੈਵਲ ਦੀਆਂ ਡਿਸੀਜਨਸ। ਬੇਸਿਕਲੀ ਪ੍ਰੋਬਲਮ ਇਹ ਹੈ ਕਿ ਵੀ ਇਸ ਟਾਈਮ ਜਿਹੜੇ ਹਿੰਦੁਸਤਾਨ ਦੀ ਜਿਹੜੀ ਪੋਲੀਟੀਕਲ ਪਾਵਰ ਸੈਂਟਰ ਹੈ, ਉਹਦੇ 'ਚ ਇਕਨੋਮਿਕ ਮਾਈਂਡ ਉਹੋ ਜਿਹਾ ਨਹੀਂ ਜੋ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਸੀ। ਫੈਕਟਰੀ ਤੁਸੀਂ ਲਾਈ ਹੈ 100 ਬੰਦਿਆਂ ਲਈ, ਡਿਮਾਂਡ ਤੁਹਾਡੇ ਕੋਲੇ ਜਿਹੜੀ ਹੈਗੀ ਹੈ 10 ਬੰਦਿਆਂ ਦੀ ਹੈ, ਅਤੇ ਬਾਕੀ ਦੀ ਫਿਰ ਤੁਸੀਂ ਕਿਵੇਂ ਕਾਸਟ ਕੱਟੀ? ਤਾਂ ਇਹ ਹੁਣ ਦੇਖੋ ਇਹ ਪ੍ਰੋਬਲਮ ਹੈ, ਇਹ ਪ੍ਰੋਬਲਮ ਨੂੰ ਸਾਰਿਆਂ ਨੂੰ ਸਾਨੂੰ ਸਮਝਣਾ ਪੈਣਾ ਹੈ ਕਿ ਇਹ ਪ੍ਰੋਬਲਮ ਕਿੰਨੀ ਵੱਡੀ ਪ੍ਰੋਬਲਮ ਹੈ। ਇਸ ਕਰਕੇ ਸਾਡੀ ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਜਿਹੜੀ ਚਾਹੀਦੀ ਹੈ ਉਹ ਹੋਣੀ ਬੜੀ ਜ਼ਰੂਰੀ ਹੈ। ਇੰਡੀਆ ਦੀ GDP 'ਚ ਇੱਕੋਦਮ ਜਿਹੜੀ ਹੈ ਗਿਰਾਵਟ ਆ ਗਈ ਹੈ, ਤੁਹਾਨੂੰ ਦੱਸ ਦਈਏ ਜਿਹੜੀ ਮਾਈਨਸ ਵਿੱਚ ਪਹੁੰਚ ਗਈ ਹੈ, 23.9% ਹੋ ਗਈ ਹੈ। ਅਤੇ ਸਾਡੇ ਤਾਂ ਇਸ ਦਾ ਵਿਸ਼ਲੇਸ਼ਣ ਕਰਨ ਲਈ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਰਮਨ ਸੁਬਰਾਮਨੀਅਮ ਜੀ, ਚੇਅਰਮੈਨ ਆਫ ਜਿਹੜਾ ਇੰਪਰੂਵਮੈਂਟ ਟਰਸਟ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਜਿਹੜਾ ਡਾਊਨਫਾਲ ਆਇਆ ਇਹਦਾ ਕਾਰਨ ਕੀ ਹੈ। ਸਭ ਤੋਂ ਪਹਿਲਾਂ ਇਹੀ ਪੁੱਛਦੇ ਹਾਂ, ਸਰ ਦੱਸੋਗੇ ਵੀ ਇਹਦਾ ਕਾਰਨ ਕੀ ਹੈ? GDP ਜਿਹੜੀ ਹੁੰਦੀ ਹੈ ਇਹਨੂੰ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਹਿੰਦੇ ਆ। ਇਹਦੇ ਵਿੱਚ ਅਸੀਂ ਡਿਫਰੈਂਟ ਚੀਜ਼ਾਂ ਜਿਹੜੀਆਂ ਸਰਵਿਸਿਜ਼ ਹੁੰਦੀਆਂ ਵੈਂ, ਚੀਜ਼ਾਂ ਬਣਦੀਆਂ ਵੈਂ, ਪ੍ਰਾਇਮਰੀ ਸੈਕਟਰ ਹੈ, ਟਰਸ਼ਰੀ ਸੈਕਟਰ ਹੈ, ਸੈਕੰਡਰੀ ਸੈਕਟਰ ਹੈ, ਜਿਨ੍ਹਾਂ ਨੂੰ ਮਿਲਾ ਕੇ ਸਾਰਾ ਕੁਛ ਜਿਹੜਾ ਵੈ ਇੱਕ GDP ਬਣਦੀ ਹੈ। GDP ਬੇਸਿਕਲੀ ਅਰਥ ਵਿਵਸਥਾ ਦਾ ਉਹ ਪੈਮਾਨਾ ਹੈਗਾ ਵੈ ਜਿਹਦੇ 'ਚ ਪਤਾ ਲੱਗਦਾ ਵੈ ਕਿ ਵੀ ਅਸੀਂ ਕਿਸ ਤਰ੍ਹਾਂ ਕਿੰਨਾ ਕੁਛ ਉਤਪਾਦਨ ਕਰ ਰਹੇ ਹਾਂ, ਕਿੰਨਾ ਅਸੀਂ ਕੰਜ਼ਿਊਮ ਕਰ ਰਹੇ ਹਾਂ, ਕਿਸ ਤਰ੍ਹਾਂ ਜਿਹੜੇ ਹੈਗੇ ਆ ਸਾਡੀ ਕਿੰਨੀ ਕੁ ਗਰੋਥ ਹੋ ਰਹੀ ਹੈ, ਇਹਦੀ ਕਿੰਨੀ ਕੁ ਡਿਮਾਂਡ ਹੈ। ਸੋ ਇਹ GDP ਇੱਕ ਬੜਾ ਵੱਡਾ ਪੈਮਾਨਾ ਹੈ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਵੈ ਕਿ ਅਸੀਂ ਕੀ ਸਾਡੀ ਅਰਥ ਵਿਵਸਥਾ 'ਚ ਵਿਕਾਸ ਹੋ ਰਿਹਾ ਵੈ ਕਿ ਜਾਂ ਉਹਦੇ 'ਚ ਗਿਰਾਵਟ ਆ ਰਹੀ ਹੈ। -24% ਜਿਹੜੀ GDP ਲਗਭਗ ਆਈ ਹੈਗੀ ਹੈ, ਇਹ ਇਤਿਹਾਸਿਕ ਗਿਰਾਵਟ ਹੈ। ਇਹ ਗਿਰਾਵਟ ਜਿਹੜੀ ਹੈਗੀ ਹੈ ਇਹ ਸਾਡੇ ਆਪਣੇ ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਦੇ ਹੋਸ਼ੋ ਹਵਾਸ ਦੇ ਵਿੱਚ ਕਦੀ ਨਹੀਂ ਹੋਈ ਸੀ। ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ 2024 ਤੱਕ 5 ਟ੍ਰਿਲੀਅਨ ਦੀ ਇਕੋਨਮੀ ਬਣਾ ਲਾਂਗੇ। ਉਹਦੇ ਲਈ ਘੱਟੋ ਘੱਟ ਸਾਡੀ ਜਿਹੜੀ ਗਰੋਥ ਹੈਗੀ ਹੈ ਉਹ GDP ਦੀ 9% ਗਰੋਥ ਹੋਣੀ ਚਾਹੀਦੀ ਸੀ। ਮਤਲਬ ਕਿ ਜੇ ਪਿਛਲੇ ਸਾਲ 100 ਰੁਪਏ ਸੀਗੇ ਤਾਂ ਅਗਲੇ ਸਾਲ 109 ਰੁਪਏ ਹੁੰਦੀ। ਪਰ ਜਦੋਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ, ਸਾਡੀ ਜਿਹੜੀ ਹੈ 8% ਤੋਂ ਗਿਰ ਕੇ ਜਿਹੜੀ GDP 3.1 ਆ ਗਈ ਸੀ 31 ਮਾਰਚ ਤੱਕ। ਹੁਣ ਅਗਲਾ ਕੁਆਟਰ ਜਿਹੜਾ ਹੈਗਾ ਵੈ ਉਹ ਕਿਉਂਕਿ ਇੱਕ ਲੋਕਡਾਊਨ ਪੀਰੀਅਡ ਸੀਗਾ ਜਿਸ ਦੇ ਵਿੱਚ ਸਾਨੂੰ ਮਜਬੂਰਨ ਇਹੋ ਜਿਹੇ ਫੈਸਲੇ ਲੈਣੇ ਪਏ ਜਿਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਸਾਰਾ ਜਿਹੜਾ ਵੈ ਲੋਕਾਂ ਦੀ ਮੂਵਮੈਂਟ ਬੰਦ ਕਰ ਦਿੱਤੀ। ਟਰਾਂਸਪੋਰਟ ਬੰਦ ਹੋ ਗਿਆ, ਫੈਕਟਰੀਆਂ ਬੰਦ ਹੋ ਗਈਆਂ, ਦੁਕਾਨਾਂ ਬੰਦ ਹੋ ਗਈਆਂ, ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਸੀਗੀਆਂ ਜਾਂ ਐਗਰੀਕਲਚਰ ਜਿਹੜੀ ਸਰਵਿਸਿਜ਼ ਸੀਗੀਆਂ ਉਹਨਾਂ ਨੂੰ ਔਨ ਰੱਖਿਆ ਕਿਉਂਕਿ ਲੋਕਾਂ ਨੂੰ ਖਾਣ ਪੀਣ ਦੀ ਲੋੜ ਸੀ। ਇਸ ਕਰਕੇ ਜਿਹੜੀ ਸਾਡੀ GDP ਜਿਹੜੀ ਉਹਦੇ ਵਿੱਚ 3.5% ਦੇ ਨੇੜੇ ਤੇੜੇ GDP ਗਰੋਥ ਆਈ ਹੈਗੀ ਹੈ ਐਗਰੀਕਲਚਰ ਸੈਕਟਰ ਦੇ ਵਿੱਚ, ਪਰ ਬਾਕੀ ਦੇ ਜਿੰਨੇ ਵੀ ਬਾਕੀ ਸੈਕਟਰ ਹੈਗੇ ਆ ਉਹਨਾਂ ਦੇ ਵਿੱਚ ਬੜੀ ਡਾਊਨਫਾਲ ਹੋਈ ਹੈ। ਔਰ ਸਾਡੀਆਂ ਜਿਹੜੀਆਂ ਕੋਰ ਇੰਡਸਟਰੀਜ਼ ਹੈ, ਸੀਮੈਂਟ ਹੋ ਗਿਆ, ਸਟੀਲ ਹੋ ਗਿਆ, ਪੈਟਰੋਲੀਅਮ ਹੋ ਗਿਆ, ਉਹਨਾਂ ਵਿੱਚ ਬੜੀ ਮੇਜਰ ਜਿਹੜੀ ਹੈ ਸਾਡੀ ਗਿਰਾਵਟ ਆਈ ਹੋਈ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਕਾਰਨ ਬਣਿਆ ਕਿ -24% ਜਿਹੜਾ ਹੈ GDP ਦੀ ਗਿਰਾਵਟ ਆਈ ਹੈ। ਪਰ ਜੇ ਕਿਹਾ ਜਾਵੇ ਕਿ ਵੀ ਕਈਆਂ ਸੈਕਟਰ ਦੇ ਵਿੱਚ ਤਾਂ ਗਿਰਾਵਟ ਜਿਹੜੀ ਹੈ ਲਗਭਗ 100% ਹੈ। ਹੋਟਲ ਇੰਡਸਟਰੀ, ਟੂਰਿਜ਼ਮ ਇੰਡਸਟਰੀ ਜਾਂ ਹੋਰ ਜਿਹੜੀਆਂ ਇੰਡਸਟਰੀਆਂ ਜਿਹੜੀਆਂ ਮੈਂ ਉਹ ਬਿਲਕੁਲ ਵੀ ਬੰਦ ਹੋ ਗਈਆਂ ਮੈਂ।
ਕੁਝ ਇੰਡਸਟਰੀਆਂ ਦੇ ਵਿੱਚ ਇਸ ਕਰਕੇ ਸਾਡੇ ਹੁਣ ਲੋਕਾਂ ਨੂੰ ਬੇਰੁਜ਼ਗਾਰੀ ਦਾ ਬੜਾ ਵੱਡਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਦੀਆਂ ਜਿਹੜੀਆਂ ਕਈਆਂ ਨੂੰ ਨੌਕਰੀਆਂ ਦੇ ਵਿੱਚੋਂ ਦੀ ਕੱਢਿਆ ਜਾ ਰਿਹਾ, ਕਈਆਂ ਦੀਆਂ ਨੌਕਰੀਆਂ ਦੇ ਵਿੱਚ ਉਹਨਾਂ ਦੀ ਤਨਖਾਹ ਘਟਾਈ ਜਾ ਰਹੀ ਹੈ, ਅਤੇ ਇਹ ਕੁੱਲ ਮਿਲਾ ਕੇ ਜਿਹੜਾ ਵਾ ਇਸ ਟਾਈਮ ਬੜਾ ਭਿਆਨਕ ਦੌਰ ਹੈ। ਗੱਲ ਆਉਂਦੀ ਹੈ ਹੁਣ ਪੰਜਾਬ 'ਚ ਉਦਯੋਗ 'ਚ ਕਾਫੀ ਵੀ ਲੋਕੀ ਜਿਹੜੇ ਹੈ ਇਸ ਟਾਈਮ ਬਿਜ਼ਨਸ ਹੈ, ਕਾਫੀ ਮੈਨੂਫੈਕਚਰਿੰਗ ਹੁੰਦੀ ਹੈ। ਮੈਨੂਫੈਕਚਰਿੰਗ ਜਿਹੜਾ ਡਾਊਨਫਾਲ ਬਹੁਤ ਜ਼ਿਆਦਾ ਹੈ। ਸੋ ਇਹ ਜਿਹੜੀ GDP 'ਚ ਗਿਰਾਵਟ ਆਈ ਹੈ, ਇਹਦਾ ਅੱਗੇ ਜਾ ਕੇ ਕਿੰਨਾ ਕੁ ਨੁਕਸਾਨ ਹੋ ਸਕਦਾ ਪੰਜਾਬ ਨੂੰ? ਦੇਖੋ, ਗੱਲ ਇਹ ਹੈ ਕਿ ਪੰਜਾਬ ਜਿਹੜਾ ਹੈਗਾ ਵਾ ਮੇਰੇ ਹਿਸਾਬ ਨਾਲ ਕੰਪੈਰੇਟਿਵਲੀ ਇੱਕ ਫੋਰਚੂਨੇਟ ਸੂਬਾ ਹੈਗਾ। ਉਹ ਸੂਬਾ ਇਸ ਕਰਕੇ ਕਿ ਵੀ ਇੱਥੇ ਐਗਰੀਕਲਚਰ ਇੱਕ ਮੇਨ ਸਟੇ ਹੈਗਾ ਵਾ, ਔਰ ਲਗਭਗ 2 ਸਾਈਕਲਸ ਜਿਹੜੇ ਹੈਗੇ ਰਬੀ ਔਰ ਖਰੀਫ ਦੇ, ਇਹਦੇ ਵਿੱਚ ਲਗਭਗ ਸਾਡੇ ਕੋਲੇ 60,000 ਕਰੋੜ ਰੁਪਇਆ ਪੰਪਨ ਹੁੰਦਾ ਵਾ ਐਗਰੀਕਲਚਰ ਕਰਕੇ। ਸੋ ਰੂਰਲ ਇਕੋਨਮੀ ਦੇ ਵਿੱਚ ਕੰਪੈਰੇਟਿਵਲੀ ਘੱਟ ਸਟ੍ਰੈਸ ਹੈ, ਪਰ ਜਿਹੜੇ ਲੋਕ ਟੋਟਲੀ ਇਸ ਗੱਲ 'ਤੇ ਡਿਪੈਂਡੈਂਟ ਸੀਗੇ ਕਿ ਵੀ ਉਹ ਬਾਹਰ ਜਾ ਕੇ ਕੁਛ ਆਪਣਾ ਮਾਲ ਵੇਚਣ ਜਾਂ ਦੇਸ਼ 'ਚ ਕਿਤੇ ਵੇਚਣ, ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਹੋਇਆ ਵਾ। ਲੋਕਾਂ ਨੇ ਇੰਡਸਟਰੀ ਵਾਲਿਆਂ ਨੇ ਕਈ ਇਨੋਵੇਟ ਵੀ ਕੀਤਾ ਵਾ। ਉਹਨਾਂ ਨੇ ਜਿਹੜੀਆਂ ਚੀਜ਼ਾਂ ਹੁਣ ਲੋੜ ਹੈਗੀ ਹੈ, ਚਾਹੇ ਫਾਰਮਾਸਿਊਟੀਕਲ ਹੈ, ਚਾਹੇ ਕੋਈ ਮਾਸਕ ਹੈ, ਚਾਹੇ ਕੁਛ ਇਸ ਤਰ੍ਹਾਂ ਦੇ ਕੁਛ ਚੀਜ਼ਾਂ ਨੂੰ ਉਹਨਾਂ ਨੇ ਟੇਕਅਪ ਵੀ ਕੀਤਾ ਵਾ। ਪਰ ਗੱਲ ਇਹ ਹੈ ਕਿ ਵੀ ਅਲਟੀਮੇਟਲੀ ਸਾਰੇ ਬੰਦੇ ਇੱਕੋ ਕੰਮ ਨਹੀਂ ਕਰ ਸਕਦੇ। ਇੰਡਸਟਰੀ ਨੂੰ ਅਲਟੀਮੇਟਲੀ ਨਾਰਮਲ ਜਦ ਤੱਕ ਨਹੀਂ ਹੁੰਦਾ ਕਰੋਨਾ ਦਾ ਜਿਹੜਾ ਐਪੀਡੈਮਿਕ ਦਾ, ਅਤੇ ਤਦ ਤੱਕ ਤੁਹਾਨੂੰ ਗੱਲ ਜਿਹੜੀ ਹੈਗੀ ਹੈ ਉਸ ਟਾਈਮ ਤੱਕ ਇਨੋਵੇਟ ਕਰਨਾ ਪੈਣਾ ਵੈ, ਗੱਲ ਨੂੰ ਸਮਝਣੀਆਂ ਪੈਣਾ ਵੈ, ਆਪਣੇ ਕੋਸਟ ਕਟਿੰਗ ਕਰਨੀ ਪੈਣੀ ਹੈ। ਪਰ ਇਹਦਾ ਕੁੱਲ ਮਿਲਾ ਕੇ ਸਾਰੇ ਅਰਥਚਾਰੇ 'ਤੇ ਬੜਾ ਭਾਰੀ ਅਸਰ ਪਵੇਗਾ। ਸਾਡੇ ਟੈਕਸ ਬੇਸਿਸ ਜਿਹੜੇ ਹੈ ਬੜੇ ਮੁਸ਼ਕਿਲ 'ਚ ਪਏ ਹੋਏ ਆ। ਸੈਂਟਰਲ ਗੌਰਮੈਂਟ ਤੋਂ ਜਿਹੜੀ ਹੈ ਪੰਜਾਬ ਸਰਕਾਰ ਨੂੰ ਕੋਈ ਮਦਦ ਨਹੀਂ ਮਿਲ ਰਹੀ। ਲੋਕਾਂ ਨੂੰ ਜਿਹੜੀ ਮਦਦ ਕੋਵਿਡ ਦੇ ਵਿੱਚ ਦੇਣੀ ਚਾਹੀਦੀ ਹੈ ਉਹ ਜ਼ਿਆਦਾਤਰ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਦੇ ਸਕਦੀਆਂ ਜ਼ਿਆਦਾ ਬਿਹਤਰ, ਪਰ ਇਸ ਟਾਈਮ ਸਾਰਾ ਦਾ ਸਾਰਾ ਕੰਟਰੋਲ ਜਿਹੜਾ ਵਾ ਸੈਂਟਰ ਸਰਕਾਰ ਨੇ ਕੀਤਾ ਹੋਇਆ ਵਾ। ਪੈਟਰੋਲੀਅਮ ਜਿਹੜੇ ਟੈਕਸਿਸ ਹੈਗੇ ਘਟਾ ਕੇ ਕੁਝ ਰਾਹਤ ਮਿਲ ਸਕਦੀ ਸੀ, ਉਹ ਨਹੀਂ ਦਿੱਤੀ ਗਈ। ਸੋ ਕਈ ਚੀਜ਼ਾਂ ਹੈਗੀਆਂ ਵਾ ਹਾਲੇ ਜੋ ਤਾਲਮੇਲ ਸਰਕਾਰ ਦਾ ਔਰ ਪੰਜਾਬ ਸਰਕਾਰ ਦਾ ਔਰ ਕੇਂਦਰ ਸਰਕਾਰ ਦਾ ਜਾਂ ਬਾਕੀ ਦੇ ਸੂਬੇ ਦੀਆਂ ਸਰਕਾਰਾਂ ਦਾ ਔਰ ਕੇਂਦਰ ਸਰਕਾਰ ਦਾ ਹੋਣਾ ਚਾਹੀਦਾ ਵੈ, ਉਹ ਇਸ ਐਡੀ ਮਹਾਮਾਰੀ ਨੂੰ ਲੜਨ 'ਚ ਨਾਕਾਫੀ ਹੈ। ਅਤੇ ਜਿਹੜੀ GDP ਦਾ ਡਾਊਨਫਾਲ ਹੈ ਉਹਨੂੰ ਐਕਟ ਆਫ ਗੋਡ ਕਿਹਾ ਜਾ ਰਿਹਾ, ਸੈਂਟਰ ਸਰਕਾਰ ਵੱਲੋਂ ਇਹਨੂੰ ਐਕਟ ਆਫ ਗੋਡ ਕਿਹਾ ਜਾ ਰਿਹਾ। ਕੀ ਇਹ ਸੱਚੀ ਐਕਟ ਆਫ ਗੋਡ? ਦੇਖੋ, ਮੈਂ ਆਊਟਰਾਈਟਲੀ ਇਸ ਚੀਜ਼ ਨੂੰ ਬੇਸਿਕਲੀ ਮੈਂ ਕੰਡੈਮ ਕਰਦਾ, ਮੈਂ ਇਸ ਯੂਜ਼ ਆਫ ਦਿਸ ਵਰਡ ਐਟ ਦੈਟ ਲੈਵਲ। ਇਹ ਪਹਿਲਾ ਦੇਸ਼ ਇਹੋ ਜਿਹਾ ਹੋਏਗਾ ਜਿਸ ਨੇ ਇਹਨੂੰ ਐਕਟ ਆਫ ਗੋਡ ਕਿਹਾ ਹੈਗਾ। ਪਰ ਉਸ ਤੋਂ ਪਹਿਲਾਂ ਜਿਹੜੀ ਮਾਰਚ ਤੱਕ 5% ਜਿਹੜੀ ਗਿਰਾਵਟ ਆ ਗਈ ਸੀ, 8% ਤੋਂ ਤੁਸੀਂ 3% 'ਤੇ ਆ ਗਏ ਸੀ, ਉਹ ਤਾਂ ਐਕਟ ਆਫ ਗੋਡ ਨਹੀਂ ਸੀ ਨਾ। ਉਹ ਤਾਂ ਤੁਸੀਂ ਕੋਈ ਨਾ ਕੋਈ ਤੁਹਾਡੀਆਂ ਲੈਪਸਿਸ ਸੀਗੀਆਂ, ਤੁਹਾਡੀਆਂ ਪਾਲਿਸੀ ਲੈਵਲ ਦੀਆਂ ਡਿਸੀਜਨਸ। ਬੇਸਿਕਲੀ ਪ੍ਰੋਬਲਮ ਇਹ ਹੈ ਕਿ ਵੀ ਇਸ ਟਾਈਮ ਜਿਹੜੇ ਹਿੰਦੁਸਤਾਨ ਦੀ ਜਿਹੜੀ ਪੋਲੀਟੀਕਲ ਪਾਵਰ ਸੈਂਟਰ ਹੈ ਉਹਦੇ 'ਚ ਇਕਨੋਮਿਕ ਮਾਈਂਡ ਉਹੋ ਜਿਹਾ ਨਹੀਂ ਜੋ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਸੀ। ਤੁਸੀਂ ਦੇਖੋ ਕਿ ਐਡਾ ਵੱਡਾ 2008 ਦੇ ਵਿੱਚ ਜਿਹੜਾ ਸਬ ਪ੍ਰਾਈਮ ਔਰ ਲੀਮੈਨ ਕ੍ਰਾਈਸਿਸ ਆਇਆ ਸੀਗਾ, ਔਰ ਕਿੰਨੇ ਬੈਂਕ ਫੇਲ ਹੋ ਗਏ ਸੀਗੇ, ਵੱਡੀਆਂ ਕੰਪਨੀਆਂ ਫੇਲ ਹੋ ਗਈਆਂ ਸੀਗੀਆਂ, ਔਰ ਪੰਜਾਬ ਦੇ ਔਰ ਹਿੰਦੁਸਤਾਨ ਦੇ ਲੋਕ ਜਿਹੜੇ ਆ ਬਿਲਕੁਲ ਜਿਹੜੇ ਆ ਉਸ ਤੋਂ ਅਛੂਤੇ ਰਹਿ ਗਏ ਸੀ ਲਗਭਗ। ਕੋਈ ਸਾਨੂੰ ਨੁਕਸਾਨ ਨਹੀਂ ਹੋਇਆ, ਕੋਈ ਨੌਕਰੀਆਂ ਨਹੀਂ ਗਈਆਂ। ਪਰ ਇੱਕ ਗੱਲ ਜਿਹੜੀ ਸਮਝਣ ਦੀ ਲੋੜ ਹੈਗੀ ਹੈ ਕਿ ਕੀ ਸਾਡੇ ਜਿਹੜੇ ਪੋਲਿਸੀ ਇਨੀਸ਼ੀਏਟਿਵਸ ਹੈਗੇ ਆ, ਕਿਉਂਕਿ ਇਹ ਇਕੱਲੇ ਇਕਨੋਮਿਕ ਪੋਲਿਸੀ ਨਹੀਂ ਹੈ, ਇਹਦੇ ਵਿੱਚ ਤੁਹਾਡੇ ਡਿਪਲੋਮੈਟਿਕ ਇਫੈਕਟਸ ਵੀ ਹੈਗੇ ਆ। ਹੁਣ ਤੁਸੀਂ ਸਾਰੇ ਸਾਡੇ ਨੇਬਰਸ ਦੇ ਨਾਲ ਸਾਡੀ ਇਸ ਟਾਈਮ ਜਿਹੜੀ ਹੈ ਵਿਗੜੀ ਹੋਈ ਹੈ। ਤੁਸੀਂ ਪਾਕਿਸਤਾਨ ਨਾਲ ਵੀ ਵਿਗਾੜੀ ਹੋਈ ਹੈ, ਤੁਸੀਂ ਚਾਈਨਾ ਨਾਲ ਵੀ ਵਿਗਾੜੀ ਹੈ, ਤੁਸੀਂ ਭੂਟਾਨ ਨਾਲ ਵੀ ਵਿਗਾੜੀ ਹੈ, ਨੇਪਾਲ ਨਾਲ ਵੀ ਵਿਗਾੜੀ ਹੈ, ਤੁਹਾਡੀ ਬੰਗਲਾਦੇਸ਼ ਨਾਲ ਵੀ ਠੀਕ ਰਿਲੇਸ਼ਨ ਹੈਗੇ ਆ, ਤੁਹਾਡੇ ਸ਼੍ਰੀਲੰਕਾ ਨਾਲ ਵੀ ਅੱਛੇ ਰਿਲੇਸ਼ਨ ਨਹੀਂ ਹੈ। ਹੁਣ ਇਹ ਜਿਹੜੀਆਂ ਚਾਈਨਾ 'ਤੇ ਸੈਂਕਸ਼ਨਸ ਲਾ ਰਹੇ ਹੋ, ਚਾਈਨਾ ਵਾਲੇ ਸਾਡੇ 'ਤੇ ਸੈਂਕਸ਼ਨਸ ਲਾ ਰਹੇ ਹੈ। ਬਾਹਰ ਜਿਹੜਾ ਵਾ ਇਸ ਟਾਈਮ ਜਿਹੜੀ ਬਾਕੀ ਦੀਆਂ ਜਿਹੜੀਆਂ ਕੰਟਰੀਜ਼ ਹੈਗੀਆਂ ਵਾ ਉਹਨਾਂ ਨੇ ਆਪਣੀਆਂ ਜਿਹੜੀਆਂ ਇਕੋਨਮੀਜ਼ ਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪ੍ਰੋਟੈਕਸ਼ਨਿਸਟ ਪਾਲਿਸੀਜ਼ ਲੈ ਰਹੇ ਨੇ।
ਹੁਣ ਇਹ ਸਾਰੀਆਂ ਚੀਜ਼ਾਂ ਲਈ ਬੜੇ ਡਾਇਨਾਮਿਕ ਔਰ ਬੜਾ ਫਾਰ ਸਾਈਟਡ ਔਰ ਬੜੇ ਜਿਹਨੂੰ ਕਹੀਏ ਨਿੰਬਲ ਫੁੱਟਡ ਤੁਹਾਨੂੰ ਪ੍ਰਧਾਨ ਮੰਤਰੀ ਚਾਹੀਦਾ ਸੀ ਜੋ ਇਹਨਾਂ ਗੱਲਾਂ ਨੂੰ ਸਮਝ ਸਕੇ ਔਰ ਇਸ ਗੁੰਝਲ ਚੋਂ ਕੱਢ ਸਕੇ। ਉਹ ਸਾਨੂੰ ਜਿਹੜਾ ਵਾ ਮਤਲਬ ਲੋਕਾਂ ਦੀ ਇਹ ਜਿਹੜੀ ਅਰਥ ਮਾਹਰਾਂ ਦੀ ਜਿਹੜੇ ਸ਼ਾਸਤਰੀਆਂ ਦੀ ਇਹ ਰਾਏ ਹੈ ਕਿ ਉਹ ਸਾਨੂੰ ਨਹੀਂ ਦਿਖ ਰਿਹਾ। ਤੇ ਗੱਲ ਇਹ ਆਉਂਦੀ ਹੈ ਵੀ ਡਾਊਨਫਾਲ ਦਾ ਕਾਰਨ ਕੀ ਸੈਂਟਰ ਸਰਕਾਰ ਹੀ ਹੈ? ਨਹੀਂ, ਇਕੱਲੇ ਦੇਖੋ ਇੱਕ ਗੱਲ ਤਾਂ ਸਮਝ ਲਓ ਕਿ ਲੋਕਡਾਊਨ ਦਾ ਮਤਲਬ ਲੋਕਡਾਊਨ, ਕੰਮ ਬੰਦ ਹੋ ਗਿਆ, ਪਰ ਗੱਲ ਇਹ ਹੈ ਵੀ ਇੱਕ ਕ੍ਰਾਈਸਿਸ ਆ ਗਿਆ ਕਿ ਉਹ ਕ੍ਰਾਈਸਿਸ ਮੈਨੇਜਮੈਂਟ ਲਈ ਅਸੀਂ ਰਾਈਟ ਸਟੈਪਸ ਲਿੱਤੇ ਕਿ ਨਹੀਂ ਲਿੱਤੇ। ਤੁਸੀਂ ਦੇਖੋ ਪੁਆਇੰਟ, ਇੱਕ ਗੱਲ ਤਾਂ ਇਹ ਹੈ ਇਸ ਤੋਂ ਪਹਿਲਾਂ ਇਹ ਕ੍ਰਾਈਸਿਸ ਤਾਂ ਅੱਜ ਆਇਆ, ਇਸ ਤੋਂ ਪਹਿਲਾਂ ਤੁਸੀਂ ਨੋਟਬੰਦੀ ਕੀਤੀ, ਉਸ ਤੋਂ ਬਾਅਦ ਉਹ ਨੋਟਬੰਦੀ ਦੇ ਨਾਲ ਜਿਹੜੀ ਸਾਡੀ ਅਨਆਰਗੇਨਾਈਜ਼ ਸੈਕਟਰ ਹੈ ਜਿਹੜਾ ਕਿ ਬੜਾ ਵੱਡਾ ਇੱਕ ਇਕੋਨਮੀ ਦਾ ਪਾਰਟ ਹੈਗਾ ਵੈ, ਤੁਸੀਂ ਉਹਨੂੰ ਕਰੰਬਲ ਕਰਤਾ। ਛੋਟੀਆਂ ਸਮਾਲ ਸੇਵਿੰਗਸ ਏਰੀਆਂ ਲੋਕਾਂ ਦੇ ਘਰਾਂ 'ਚ ਸੀਗੀਆਂ, ਤੁਸੀਂ ਉਹਨਾਂ ਨੂੰ ਖਤਮ ਕਰਤਾ। ਫਿਰ ਉਸ ਤੋਂ ਬਾਅਦ ਤੁਸੀਂ ਫਾਲਟੀ GST ਇੰਪਲੀਮੈਂਟ ਕਰ ਦਿੱਤਾ। ਉਹ ਇੱਕ ਤੋਂ ਇੱਕ, ਔਰ ਉਸ ਤੋਂ ਬਾਅਦ ਉਹ ਦੋ ਤਾਂ ਇਹਨਾਂ ਨੇ ਆਪ ਸੋਚ ਸਮਝ ਕੇ ਕੀਤੇ ਨਾ। ਹੁਣ ਤੀਜਾ ਤੁਸੀਂ ਜੇ ਕਹਿੰਦੇ ਵੀ ਮਹਾਮਾਰੀ ਆ ਵੀ ਗਈ, ਪਰ ਇਹ ਮਹਾਮਾਰੀ 'ਤੇ ਵੀ ਹੁਣ ਕੁਐਸਚਨ ਬੜਾ ਵੱਡਾ ਉੱਠਦਾ ਵਾ ਕਿ ਮਹਾਮਾਰੀ ਬਾਰੇ ਸਾਨੂੰ ਲਗਭਗ ਜਿਹੜਾ ਹੈਗਾ ਵਾ ਉਹ ਸਾਨੂੰ ਜਨਵਰੀ ਦੇ ਵਿੱਚ ਪਤਾ ਚੱਲ ਗਿਆ ਸੀ, ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਟਰੰਪ ਸਾਹਿਬ ਦਾ ਇੱਕ ਦੌਰਾ ਰੱਖਿਆ ਹੋਇਆ ਸੀਗਾ ਜਿਹੜਾ 28 ਫਰਵਰੀ ਦਾ ਸੀਗਾ, ਔਰ ਉਸ ਤੋਂ ਬਾਅਦ ਤੁਸੀਂ ਉਸ ਨੂੰ ਪੋਸਟਪੋਨ ਕਰਦੇ ਗਏ। ਗੱਲਾਂ ਜਦੋਂ ਆ ਗਈਆਂ ਤੁਸੀਂ 23 ਮਾਰਚ ਨੂੰ ਜਾ ਕੇ ਤੁਸੀਂ ਲੋਕਡਾਊਨ ਲਾਇਆ। ਉਹ ਜਿਹੜਾ ਕ੍ਰੂਸ਼ੀਅਲ ਵਿੰਡੋ ਪੀਰੀਅਡ ਸੀ ਜਿਹਦੇ ਵਿੱਚ ਉਹ ਜਿਹੜਾ ਵਾਇਰਸ ਬਾਹਰੋਂ ਦੀ ਆਇਆ, ਉਹ ਜੇ ਮਹੀਨਾ ਪਹਿਲਾਂ ਲਾਇਆ ਜਾਂਦਾ ਜਾਂ ਮਹੀਨਾ ਪਹਿਲਾਂ ਇਹੀ ਸਟੈਪ ਲੈ ਲਿੱਤੇ ਜਾਂਦੇ। ਔਰ ਇਨਫੈਕਟ 12 ਫਰਵਰੀ ਨੂੰ ਤੋਂ ਰਾਹੁਲ ਗਾਂਧੀ ਉਹਨਾਂ ਨੇ ਪਬਲਿਕਲੀ ਕਹਿਤਾ ਵੀ ਕਰੋਨਾ ਵਾਇਰਸ ਐਡਾ ਭਿਆਨਕ ਵਾਇਰਸ ਆ ਰਿਹਾ ਵੈ, ਤੁਸੀਂ ਇਸ ਤੋਂ ਬਚਾਓ, ਪਰ ਕਿਸੇ ਨੇ ਗੱਲ ਨਹੀਂ ਸੁਣੀ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਵੀ ਜਦੋਂ ਤੁਹਾਡੇ ਕੋਲੇ ਇਹ ਮਹਾਮਾਰੀ ਆ ਗਈ ਹੁਣ, ਉਸ ਤੋਂ ਬਾਅਦ ਤੁਹਾਡੇ ਕੋਲੇ ਮੈਨੇਜਮੈਂਟ ਕਰਨ ਲਈ ਤੁਸੀਂ ਕੀ ਪੋਲੀਟੀਕਲ ਕੰਸੈਂਸਸ ਬਣਾ ਰਹੇ ਹੋ, ਕਿਹੜੇ ਲੋਕਾਂ ਦੀ ਤੁਸੀਂ ਰਾਏ ਲੈ ਰਹੇ ਹੋ। ਜਿਹੜੀ ਲੜਾਈ ਅੱਜ ਦੀ ਡੇਟ ਦੇ ਵਿੱਚ ਸਟੇਟਸ 'ਤੇ ਲੜਨੀ ਸੀਗੀ, ਸੈਂਟਰ ਕਿਉਂ ਉਹਨੂੰ ਕੰਟਰੋਲ ਕਰ ਰਿਹਾ? ਸੈਂਟਰ ਨੇ ਜਿਹੜੇ ਰਿਸੋਰਸਿਸ ਜਦੋਂ ਇੰਪੋਰਟੈਂਟ, ਤੁਸੀਂ 20 ਲੱਖ ਕਰੋੜ ਦਾ ਪੈਕੇਜ ਅਨਾਊਂਸ ਕਰਤਾ, ਲੋਕਾਂ ਕੋਲ ਜਾ ਕੇ ਇਹ ਤਾਂ ਪੁੱਛੋ ਕਿ ਕੀ ਉਹ 20 ਲੱਖ ਕਰੋੜ ਦੇ ਵਿੱਚੋਂ ਕੋਈ 500 1000 2000 ਕਿਸੇ ਦੇ ਕੋਲੇ 10,000 ਆਇਆ ਵੀ ਹੈ ਕਿ ਨਹੀਂ ਆਇਆ? ਆਈਡੀਆ ਤੁਸੀਂ ਦੇ ਰਹੇ ਹੋ ਕਿ ਵੀ ਸਟੇਟਸ ਨੂੰ ਕਿ ਤੁਸੀਂ ਹੋਰ ਲੋਨ ਲੈ ਲਓ। ਸਟੇਟਸ ਆਲਰੇਡੀ ਜਿਹੜੀਆਂ ਮੈਂ ਡੈਟ ਟਰੈਪ ਦੇ ਵਿੱਚ ਹੈਗੀਆਂ ਮੈਂ, ਤਾਂ ਇਹ ਗੱਲ ਨੂੰ ਸਮਝਣਾ ਚਾਹੀਦਾ। ਇਹ ਪ੍ਰੋਬਲਮ ਇਹਦਾ ਕੋਈ ਲੀਨੀਅਰ ਸੋਲੂਸ਼ਨ ਨਹੀਂ ਹੈ ਕਿ ਵੀ ਇੱਕ ਸੋਲੂਸ਼ਨ ਕੱਢਿਆ ਕਿ ਵੀ ਆਹ ਚੀਜ਼ ਤੁਸੀਂ ਕਰਤੀ ਤੇ 2 ਮਿੰਟ ਦੇ ਵਿੱਚ ਸਾਰਾ। ਇਟ ਇਜ਼ ਅ ਕੰਪਲੈਕਸ ਇਸ਼ੂ। ਇਹ ਤੁਹਾਨੂੰ ਬੜੀਆਂ ਚੀਜ਼ਾਂ ਜਿਹਨੂੰ ਕਹੀਏ ਨਾ ਵੀ ਕਿੰਨੇ ਇਹਦੇ ਕਾਰਨਰਸ ਹੈ ਵਿਚ ਯੂ ਹੈਵ ਟੂ ਬੀ ਹੈਲਡ ਬਾਈ ਐਵਰੀਬਡੀ। ਇਹਦੇ ਵਿੱਚ ਰੋਲ ਆਫ ਅ ਆਰਡੀਨਰੀ ਮੈਨ ਟੂ ਲੈ ਕੇ ਪ੍ਰਧਾਨ ਮੰਤਰੀ ਦਾ ਬੜਾ ਪੋਜ਼ਿਟਿਵ ਹੋਣਾ ਚਾਹੀਦਾ, ਔਰ ਸਾਰਿਆਂ ਨੂੰ ਬਿਲਕੁਲ ਕਲੀਅਰ ਦਿਸ਼ਾ ਨਿਰਦੇਸ਼ ਹੋਣੀ ਚਾਹੀਦੀ ਹੈ। ਇਹ ਗੱਲਾਂ ਜਿਹੜੀਆਂ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ। ਲੋਕਾਂ ਤੁਸੀਂ ਹਰ ਚੀਜ਼ ਦੇ ਵਿੱਚ ਪੋਲੀਟਿਕਸ ਦੇ ਵਿੱਚ, ਹੁਣ ਤੁਸੀਂ ਪੰਜਾਬ ਦੇ ਵਿੱਚ ਹੀ ਲੈ ਲਓ, ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਵਾ, ਅਪੋਜੀਸ਼ਨ ਪਾਰਟੀਆਂ ਪ੍ਰਮੋਟ ਕਰਦੀਆਂ ਪਈਆਂ ਵਾ ਕਿ ਵੀ ਅਸੀਂ ਸੋਸ਼ਲ ਡਿਸਟੈਂਸਿੰਗ ਨੂੰ ਨਹੀਂ ਕਰਨਾ, ਅਸੀਂ ਫਿਜ਼ੀਕਲ ਡਿਸਟੈਂਸਿੰਗ ਨਹੀਂ ਕਰਨੀ, ਅਸੀਂ ਮਾਸਕਿੰਗ ਨਹੀਂ ਕਰਨੀ, ਅਸੀਂ ਦੇਖ ਲੈਂਦੇ ਹਾਂ ਕੋਈ ਗੱਲ ਨਹੀਂ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਵੀ ਜਿਹੜੇ ਬੰਦੇ ਰਿਪਰੈਜ਼ੈਂਟੇਟਿਵ ਹੈ, ਜਿਹੜੇ ਇਸ ਗੱਲ ਨੂੰ ਸਮਝਣੇ ਚਾਹੀਦੇ ਆ, ਜਿਹੜੇ ਲੀਡਰ ਹੋਣੇ ਚਾਹੀਦੇ ਆ। ਜਿਹੜਾ ਲੀਡਰ ਹੁੰਦਾ ਨਾ ਉਹ ਟੀਚਰ ਵੀ ਹੁੰਦਾ ਵਾ। ਲੀਡਰ ਜਿਹੜਾ ਵਾ ਉਹ ਲੋਕਾਂ ਨੂੰ ਸਮਝਾਉਂਦਾ ਜਿਵੇਂ ਟੀਚਰ ਇੱਕ ਆਪਣੇ ਬੱਚੇ ਨੂੰ ਸਮਝਾਉਂਦਾ ਵਾ ਕਿ ਵੀ ਆਹ ਚੀਜ਼ ਇਸ ਤਰ੍ਹਾਂ ਹੈ। ਜੇ ਉਹ ਲੋਕ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਫਿਰ ਪੋਲੀਟਿਕਸ ਕਰਨ ਲੱਗ ਪੈਣ, ਯੂ ਹੈਵ ਅ ਰਾਈਟ ਟੂ ਪ੍ਰੋਟੈਸਟ ਇਨ ਡੈਮੋਕ੍ਰੇਸੀ 'ਚ ਇਨਫੈਕਟ ਪ੍ਰੋਟੈਸਟ ਹੋਣਾ ਚਾਹੀਦਾ, ਡਿਸੈਂਟ ਹੋਣਾ ਚਾਹੀਦਾ ਵਾ, ਔਰ ਡਾਇਲੋਗ ਵੀ ਹੋਣਾ ਚਾਹੀਦਾ ਵਾ। ਪਰ ਜੇ ਕੋਈ ਬੰਦਾ ਤੁਹਾਨੂੰ ਸਮਝਾ ਰਿਹਾ ਜਿਹੜੇ ਸਰਬੱਤ ਦੇ ਭਲੇ ਲਈ ਹੈਗੀ ਹੈ, ਸਭ ਦੇ ਭਲੇ ਲਈ ਹੈ, ਉਹ ਇੱਕ ਲੀਡਰ ਨੂੰ ਤਾਂ ਸ਼ਾਇਦ ਕੁਛ ਨਾ ਹੋਵੇ, ਪਰ ਉਹਦੇ ਨਾਲ ਵਿਚਾਰੇ ਜਿਹੜੇ 10 ਦੋਸਤ ਉਹਦੇ ਮਿੱਤਰ ਜਾਂ ਉਹਨਾਂ ਦੇ ਸਪੋਰਟਰ ਆਏ, ਜੇ ਉਹ ਬਿਮਾਰ ਹੋ ਜਾਣ ਫਿਰ ਦੱਸੋ ਕੀ ਕਰੇ? ਜੋ ਉਹਨਾਂ ਦੇ ਵਿੱਚ ਕੋਈ ਘਰ 'ਚ ਕੈਜੂਅਲਟੀ ਹੋ ਜੇ। ਮਾਡਲ ਇਹ ਕਹਿ ਰਿਹਾ ਵੈ ਵੀ ਹੱਲੇ ਕਰੋਨਾ ਨੇ ਅੱਗੇ ਚੱਲਣਾ ਵੈ, ਔਰ ਕ੍ਰਾਈਸਿਸ ਜਿਹੜਾ ਵੈ ਉਹ ਹੱਲੇ ਹੋਰ ਐਗਰੀਵੇਟ ਹੋਣਾ ਵੈ। ਸੈਂਟਰਲ ਗੌਰਮੈਂਟ ਤੋਂ ਜਿਹੜੇ ਸਟੈਪਸ ਚਾਹੀਦੇ ਹੈਗੇ ਆ ਉਹ ਆਉਣੇ ਚਾਹੀਦੇ ਆ। ਗਲੋਬਲ ਮਾਰਕੀਟਸ ਖੁੱਲ੍ਹਣੀਆਂ ਚਾਹੀਦੀਆਂ ਵੈ, ਸਾਡੀਆਂ ਡੋਮੈਸਟਿਕ ਮਾਰਕੀਟਸ ਖੁੱਲ੍ਹਣੀਆਂ ਚਾਹੀਦੀਆਂ ਵੈ।
ਫ੍ਰੀ ਫਲੋ ਆਫ ਗੁੱਡਸ ਹੋਣਾ ਚਾਹੀਦਾ ਵਾ, ਬਟ ਵਿਦ ਆਲ ਦਾ ਕੌਸ਼ਨਸ ਐਂਡ ਪ੍ਰੀਕਾਸ਼ਨਸ। ਸੁਖੋ ਆਪਣੇ ਆਲਰੇਡੀ ਜਿਹੜੀਆਂ ਇੰਪੋਰਟ ਐਕਸਪੋਰਟ ਦੇ ਵਿੱਚ ਫਾਈਟੋ ਸੈਨੇਟਰੀ ਅਤੇ ਸੈਨੇਟਰੀ ਜਿਹੜੀਆਂ ਉਹ ਹੁੰਦੀਆਂ ਮੈਂ ਉਹਦੀ ਸਰਟੀਫਿਕੇਸ਼ਨ ਵਗੈਰਾ ਹੁੰਦੀ ਹੈ। ਹੁਣ ਕਰੋਨਾ ਵਗੈਰਾ ਦੀ ਜਿਹੜੀ ਸਰਟੀਫਿਕੇਸ਼ਨ ਹੈਗੀ ਹੈ, ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਸਾਨੂੰ ਸਮਝਣਾ ਪੈਣਾ ਹੈ ਕਿ ਜਦ ਤੱਕ ਇਸ ਦਾ ਇੱਕ ਮਾਕੂਲ ਇਲਾਜ ਨਹੀਂ ਮਿਲ ਜਾਂਦਾ, ਇਹਦੀ ਕੋਈ ਪ੍ਰੋਪਰ ਵੈਕਸੀਨ ਨਹੀਂ ਮਿਲ ਜਾਂਦੀ, ਸਾਨੂੰ ਸਾਰਿਆਂ ਨੂੰ ਚੁਕੰਨੇ ਹੋ ਕੇ ਇਹਦੇ 'ਤੇ ਪਹਿਰਾ ਦੇਣਾ ਚਾਹੀਦਾ। ਤੁਸੀਂ ਕਿਹਾ ਇੱਕ ਗੱਲ ਕਹੀ ਹੈ ਵੀ ਓਪੋਜੀਸ਼ਨਸ ਪਾਰਟੀਆਂ ਨੇ ਜਿਹੜੀਆਂ ਪ੍ਰੀਕਾਸ਼ਨਸ ਨਹੀਂ ਵਰਤਣ ਦੇ ਰਹੀਆਂ, ਵੀ ਅਸੀਂ ਮਾਸਕ ਨਹੀਂ ਪਾਵਾਂਗੇ, ਅਸੀਂ ਸੋਸ਼ਲ ਡਿਸਟੈਂਸਿੰਗ ਨਹੀਂ ਮੇਨਟੇਨ ਕਰਾਂਗੇ, ਇਹ ਕਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ? ਮੈਂ ਇਕੱਲੀ ਆਪੋਜੀਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਹਰ ਇੱਕ ਤਰ੍ਹਾਂ ਦੇ ਪੋਲੀਟੀਕਲ ਲੀਡਰ ਦੇ ਬਾਰੇ ਗੱਲ ਕਰ ਰਿਹਾ। ਮੈਂ ਵੀ ਜਿਹੜਾ ਆਪਣੇ ਆਪ ਨੂੰ ਮੈਂ ਉਹਦੇ ਵਿੱਚ ਇਨਫੈਕਟ ਮੈਂ ਤਾਂ ਆਪਣੇ ਕਾਂਗਰਸ ਪਾਰਟੀ ਦੇ ਵੀ ਲੀਡਰਾਂ ਨੂੰ ਗੱਲ ਕਰਦਾ ਪਿਆ ਮੈਂ ਵੀ ਜਿਹੜੇ CM ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਨੂੰ ਨਹੀਂ ਮੰਨਦੇ, ਉਹ ਕਿਸ ਪੋਲੀਟੀਕਲ ਰਿਐਕਸ਼ਨ ਦੇ ਵਿੱਚ ਆਪਣੇ ਆਪ ਨੂੰ ਐਕਸਪੋਜ਼ ਕਰ ਦਿੰਦੇ ਆ ਲੋਕਾਂ ਨੂੰ ਹਰ ਤਰੀਕੇ। ਦੇਖੋ ਇਹ ਮੈਂ ਗੱਲ ਇੱਕ ਲੀਡਰ ਦੀ ਗੱਲ ਕਰਦਾ, ਆਪੋਜੀਸ਼ਨ ਪਾਰਟੀਜ਼ ਤਾਂ ਮੈਂ ਨਾਮ ਲੈ ਲਿਆ ਕਿ ਆਪੋਜੀਸ਼ਨ ਪਾਰਟੀਜ਼ ਨੂੰ ਲੱਗਦਾ ਵਾ ਕਿ ਵੀ ਕਿਉਂਕਿ ਐਡਾ ਵੱਡਾ ਪੈਂਡੈਮਿਕ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਤਰੁੱਟੀ ਛੋਟੀ ਮੋਟੀ ਜੋ ਸਿਸਟਮ ਦਾ ਫੇਲੀਅਰ ਹੈ। ਆਫਟਰ ਆਲ ਇੰਨਾ ਵੱਡਾ ਸਿਸਟਮ ਜਿਹੜਾ ਇੰਨੀ ਵੱਡੀ ਬਿਮਾਰੀ ਹੈ, ਜੇ ਇੱਕੋ ਦਮ ਆ ਗਈ ਅਤੇ ਉਸ ਨੂੰ ਮੈਨੇਜ ਕਰਨ ਲਈ ਸਾਡੇ ਕੋਲ ਇਨਫਰਾਸਟਰਕਚਰ ਨਹੀਂ ਹੈ। ਨਾਲ ਡਿਵੈਲਪ ਹੋ ਰਿਹਾ ਵਾ, ਨਾਲ ਚੀਜ਼ਾਂ ਆ ਰਹੀਆਂ, ਨਾਲ ਹੋ ਰਿਹਾ ਵਾ, ਪਰ ਗੱਲ ਇਹ ਵੈ ਕਿ ਵੀ ਉਹ ਜਿਹੜਾ ਵਿੱਚ ਜੈਸਟੇਸ਼ਨ ਟਾਈਮ ਹੈ, ਜਿਹੜਾ ਉਹ ਵਿੱਚ ਪੀਰੀਅਡ ਹੈਗਾ ਵਾ, ਉਹਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਜਿਹੜਾ ਵਾ ਹੌਸਲਾ ਰੱਖਣਾ ਚਾਹੀਦਾ, ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ। ਲੋਕਾਂ ਨੂੰ ਗਾਈਡ ਤੁਸੀਂ ਬਿਲਕੁਲ ਕਰੋ, ਕੋਈ ਪ੍ਰੋਬਲਮ ਨਹੀਂ। ਇੰਨੀ ਪ੍ਰੈਸ ਹੈ, ਤੁਸੀਂ 10 ਬੰਦੇ 5 ਬੰਦੇ ਕਿਸੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਪ੍ਰੈਸ ਦੇ ਰਾਹੀਂ ਅੱਜ ਦੀ ਡੇਟ 'ਚ ਘਰ 'ਚ ਤੁਸੀਂ ਪਹੁੰਚ ਸਕਦੇ ਹੋ। ਹੁਣ ਤਾਂ ਵੈਬ ਚੈਨਲ ਆ ਗਏ ਹੈ, ਬਾਕੀ ਮੀਡੀਆ ਆ ਗਿਆ ਵਾ, ਤਾਂ ਮੀਡੀਆ ਇੰਨਾ ਅੱਛਾ ਰੋਲ ਪਲੇ ਕਰ ਰਿਹਾ ਵਾ, ਹਰ ਤਰੀਕੇ ਦੀ ਖਬਰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਵਾ, ਅਤੇ ਤੁਹਾਡੇ ਕੋਲ ਲੋਕਾਂ ਤੱਕ ਪਹੁੰਚਣ ਲਈ ਤਾਂ ਕੋਈ ਅੱਜ ਦੀ ਡੇਟ ਦੇ ਵਿੱਚ ਫਿਜ਼ੀਕਲ ਅਸੈਂਬਲੀ ਕਰਨ ਦੀ ਇੰਨੀ ਲੋੜ ਨਹੀਂ ਹੈ। ਤੁਹਾਡੀ ਗੱਲ ਸਰਕਾਰ ਦੇ ਵਿੱਚ, ਤੁਹਾਡੀ ਗੱਲ ਸਮਾਜ ਦੇ ਵਿੱਚ, ਹੁਣ ਤਾਂ ਮੀਡੀਆ ਥਰੂ ਤੁਹਾਡੇ ਫਿਰ ਸੋਸ਼ਲ ਮੀਡੀਆ ਦੇ ਇੰਨੇ ਪਲੇਟਫਾਰਮਸ ਹੈ, ਤੁਹਾਡੀ ਨਹੀਂ ਕੋਈ ਤੁਹਾਡੇ ਪੱਤਰਕਾਰ ਵੀ ਆਉਂਦੇ, ਤੁਸੀਂ ਆਪਣੀ ਪੋਸਟ ਬਣਾ ਕੇ ਪਾ ਸਕਦੇ ਹੋ। ਤਾਂ ਇਹ ਗੱਲਾਂ ਅਵੇਲੇਬਲ ਨੇ, ਪਰ ਪੁਆਇੰਟ ਇਹ ਹੈ ਵੀ ਪ੍ਰੀਕਾਸ਼ਨਸ ਲੈਣੀਆਂ ਬੜੀ ਜ਼ਰੂਰੀ ਹੈ। ਗੱਲ ਇਹ ਵੀ ਆਉਂਦੀ ਹੈ ਵੀ ਪੰਜਾਬ 'ਚ ਵੀ ਇਸ ਟਾਈਮ ਜਿਹੜੇ ਵਪਾਰੀ ਨੇ ਉਹ ਵੀ ਬੜੇ ਪਰੇਸ਼ਾਨ ਨੇ। ਤੁਸੀਂ ਸੈਂਟਰ ਦੀ ਤਾਂ ਗੱਲ ਕੀਤੀ, ਪਰ ਪੰਜਾਬ 'ਚ ਜੇ ਆਪਾਂ ਦੁਕਾਨਦਾਰ ਦੇਖੀਏ ਜਾਂ ਮੈਨੂਫੈਕਚਰਰ ਦੇਖੀਏ, ਲੁਧਿਆਣਾ ਸਪੈਸ਼ਲੀ ਮੈਂ ਕਹਿੰਦਾ ਵੀ ਮੈਨੂਫੈਕਚਰਰਸ ਦਾ ਹੱਬ ਹੈ। ਜੇ ਮੈਨਚੈਸਟਰ ਆਫ ਪੰਜਾਬ ਕਿਹਾ ਜਾਂਦਾ ਤਾਂ ਹੌਜ਼ਰੀ ਕਰਕੇ ਕਿਹਾ ਜਾਂਦਾ, ਪਰ ਉਹਨਾਂ ਦੇ ਵੀ ਇਸ ਟਾਈਮ ਕਾਫੀ ਜਿਹੜੇ ਨੇ ਹਾਲਾਤ ਜਿਹੜੇ ਮਾੜੇ ਚੱਲ ਰਹੇ ਨੇ। ਨਹੀਂ, ਮੈਂ ਤੁਹਾਡੀ ਗੱਲ ਨਾਲ ਮੈਂ ਤਾਂ ਪਹਿਲੇ ਦਿਨ ਤੋਂ ਹੀ ਐਗਰੀ ਕਰ ਰਿਹਾ। ਦੇਖੋ ਅਲਟੀਮੇਟਲੀ ਗੱਲ ਇਹ ਹੈ ਵੀ ਜਿਹੜਾ ਅਰਥਚਾਰਾ ਵਾ ਉਹ ਬਾਇੰਗ ਕਪੈਸਿਟੀ 'ਤੇ ਡਿਪੈਂਡ ਕਰਦਾ ਵਾ ਕਿ ਬੰਦਾ ਉਹਦੇ ਕੋਲ ਖਰੀਦਣ ਦੀ ਕਿੰਨੀ ਸ਼ਕਤੀ ਹੈ, ਉਹਨੂੰ ਪੈਸਾ ਕਿੱਥੋਂ ਮਿਲਦਾ ਵਾ। ਜੇ ਉਹ ਜਾਂ ਤਾਂ ਕਾਰੋਬਾਰ ਕਰਦਾ ਵਾ ਤਾਂ ਉੱਥੋਂ ਕਮਾਉਂਦਾ ਵਾ, ਅਤੇ ਜਾਂ ਉਹ ਜੇ ਨੌਕਰੀ ਕਰਦਾ ਵਾ ਤਾਂ ਉੱਥੇ ਹੁੰਦਾ ਵਾ। ਜੇ 100 ਬੰਦਿਆਂ ਦੇ ਵਿੱਚੋਂ ਦੀ 100 ਕੋਲੇ ਨੌਕਰੀ ਹੋਵੇ ਜਾਂ 100 ਕੋਲੇ ਲਾਈਵਲੀਹੁੱਡ ਹੋਵੇ ਅਤੇ ਤੁਹਾਡਾ ਅਰਥਚਾਰਾ ਠੀਕ ਚੱਲਦਾ। ਜੇ 100 ਦੇ ਵਿੱਚੋਂ ਦੀ 30 ਬੰਦਿਆਂ ਕੋਲੇ ਰਹਿ ਜੇ ਅਤੇ 70 ਬਿਲਕੁਲ ਉਸ 'ਤੇ ਡਿਪੈਂਡੈਂਟ ਹੋ ਜਾਣ, ਅਤੇ ਤੁਹਾਨੂੰ ਉਹਦੇ ਨਾਲ ਪ੍ਰੋਬਲਮ ਤਾਂ ਆਏਗੀ ਨਾ। ਤੁਸੀਂ ਗੱਲ ਨੂੰ ਸਮਝਣ ਦੀ ਲੋੜ ਹੈ ਵੀ ਇਹ ਜਦੋਂ ਕਾਸਟ ਕਟਿੰਗ ਹੋਈ, ਜਦੋਂ ਫੈਕਟਰੀਆਂ ਬੰਦ ਹੋ ਗਈਆਂ, ਕੁਛ ਤਾਂ ਲੋਕ ਕੱਢਣੇ ਪਏ, ਕੁਛ ਲੋਕ ਛੱਡ ਕੇ ਚਲੇ ਗਏ, ਕੁਛ ਜਿਹੜੀ ਚੀਜ਼ ਦੀ ਡਿਮਾਂਡ ਸੀ ਉਹ ਡਿਮਾਂਡ ਖਤਮ ਹੋ ਗਈ। ਹੁਣ ਉਹ ਡਿਮਾਂਡ ਨੂੰ ਉਸ ਲੈਵਲ 'ਤੇ ਅੱਛਾ ਫੈਕਟਰੀ ਤੁਸੀਂ ਲਾਈ ਹੈ 100 ਬੰਦਿਆਂ ਲਈ, ਡਿਮਾਂਡ ਤੁਹਾਡੇ ਕੋਲ ਜਿਹੜੀ ਹੈਗੀ ਹੈ 10 ਬੰਦਿਆਂ ਦੀ ਹੈ, ਅਤੇ ਬਾਕੀ ਦੀ ਫਿਰ ਤੁਸੀਂ ਕਿਵੇਂ ਕਾਸਟ ਕਟਿੰਗ। ਤਾਂ ਇਹ ਹੁਣ ਦੇਖੋ ਇਹ ਪ੍ਰੋਬਲਮ ਹੈ, ਇਹ ਪ੍ਰੋਬਲਮ ਨੂੰ ਸਾਰਿਆਂ ਨੂੰ ਸਾਨੂੰ ਸਮਝਣਾ ਪੈਣਾ ਹੈ ਕਿ ਇਹ ਪ੍ਰੋਬਲਮ ਕਿੰਨੀ ਵੱਡੀ ਪ੍ਰੋਬਲਮ ਹੈ। ਇਸ ਕਰਕੇ ਸਾਡੀ ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਜਿਹੜੀ ਚਾਹੀਦੀ ਹੈ ਉਹ ਹੋਣੀ ਬੜੀ ਜ਼ਰੂਰੀ ਹੈ। ਤੁਸੀਂ ਗੱਲ ਨੂੰ ਸਮਝੋ ਕਿ ਇਹ ਹੁਣ ਤੁਸੀਂ ਤਾਂ ਇਕੱਲੇ ਇਹਨਾਂ ਦੀ ਗੱਲ ਕਰ ਲਈ, ਤੁਸੀਂ ਉਹ ਬੱਚਿਆਂ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੇ ਇਸ ਟਾਈਮ ਜਿਹੜੇ ਪੜ੍ਹ ਲਿਖ ਰਹੇ ਹੈ, ਜਾਂ ਜਿਹੜੇ ਬੱਚੇ ਇਸ ਟਾਈਮ ਕਿਸੇ ਨੌਕਰੀ ਦੇ ਭਾਲ ਦੇ ਵਿੱਚ ਹੈਗੇ ਆ, ਜਾਂ ਜਿਨ੍ਹਾਂ ਦੀਆਂ ਨੌਕਰੀਆਂ ਲੱਗ ਗਈਆਂ ਅਤੇ ਕੰਪਨੀਆਂ ਕਹਿੰਦੀਆਂ ਪਈਆਂ ਵੀ ਹਾਲੇ ਰੁਕ ਜਾਓ। ਅਤੇ ਇਹ ਸਾਰਾ ਇੱਕ ਬੜਾ ਕੰਪਲੈਕਸ, ਅੱਛਾ ਉਹ ਵੀ ਬੱਚਿਆਂ ਦੀ ਕੀ ਕਸੂਰ ਹੈ ਜਿਨ੍ਹਾਂ ਨੇ ਹੁਣ ਘਰ ਬੈਠ ਕੇ ਉਹ ਆਪਣੀ ਨਵੀਂ ਲਰਨਿੰਗ ਟੈਕਨੀਕਸ ਦੇ ਨਾਲ ਚੀਜ਼ਾਂ ਲਰਨ ਕਰ ਰਹੇ ਆ, ਉਹਨਾਂ ਦੀਆਂ ਸੋਸ਼ਲ ਇੰਟਰੈਕਸ਼ਨਸ ਖਤਮ ਹੋ ਰਹੀਆਂ ਮੈਂ, ਉਹਨਾਂ ਦੀ ਜਿਹੜੀ ਸੋਸ਼ਲ ਲਾਈਫ ਖਤਮ ਹੋ ਰਹੀ। ਸੋ ਆਪਾਂ ਇੱਕ ਮਲਟੀਪਲ ਪ੍ਰੋਬਲਮਸ ਦੇ ਵਿੱਚ ਹੈਗੇ ਆ। ਇਟ ਇਜ਼ ਨਾਟ ਓਨਲੀ ਦ ਇਕੋਨਮੀ, ਪਰ ਇੱਕ ਗੱਲ ਹੈ ਜਿਹੜਾ ਬੱਚਾ ਵਾ, ਬੱਚਾ ਵੀ ਇਕੋਨਮੀ ਦਾ ਪਾਰਟ ਹੈ ਨਾ। ਬੱਚਾ ਖਿਡੌਣਾ ਖਰੀਦਦਾ ਵਾ, ਬੱਚਾ ਮਿਠਾਈ ਖਰੀਦਦਾ, ਬੱਚਾ ਕੋਈ ਸਵੀਟ ਖਰੀਦਦਾ, ਉਹਦੇ ਨਾਲ ਦੁਕਾਨ ਚੱਲਦੀ ਹੈ।
ਉਹ ਵਿੱਚ ਹੁਣ ਤੁਸੀਂ ਅੱਗੇ ਤੁਹਾਡੀਆਂ ਆਪਣੀਆਂ ਮੈਰਿਜਸ ਹੁੰਦੀਆਂ ਸੀਗੀਆਂ ਤੇ ਅਸੀਂ ਸਾਰੇ ਕੱਪੜੇ ਨਵੇਂ ਖਰੀਦਦੇ ਸੀ ਤੇ ਕੱਪੜਿਆਂ ਦੀ ਡਿਮਾਂਡ ਸੀਗੀ, ਜੁਐਲਰੀ ਦੀ ਡਿਮਾਂਡ ਸੀਗੀ। ਤੁਸੀਂ ਬਾਹਰ ਘੁੰਮਣ ਜਾਂਦੇ ਸੀਗੇ ਤੇ ਹੋਟਲਾਂ ਦੀ ਡਿਮਾਂਡ ਸੀਗੀ। ਤੁਸੀਂ ਕਾਰ ਜ਼ਿਆਦਾ ਚਲਾਉਂਦੇ ਸੀਗੇ, ਪੈਟਰੋਲ ਦੀ ਡਿਮਾਂਡ ਸੀਗੀ। ਤਾਂ ਹਰ ਚੀਜ਼ ਦੀ ਇਸ ਟਾਈਮ ਕੰਟਰੈਕਸ਼ਨ ਆਈ ਹੋਈ ਹੈ। ਲੋਕਾਂ ਨੇ ਆਪਣੇ ਘਰ ਬਣਾਉਣੇ ਬੰਦ ਕਰਤੇ ਆ, ਜਿਨ੍ਹਾਂ ਦੇ ਘਰ ਇਨਕੰਪਲੀਟ ਖੜੇ ਹੈਗੇ ਆ। ਕਈ ਲੋਕ ਜਿਹੜੇ ਹੈਗੇ ਆ ਉਹ ਸਮਹਾਉ ਸਰਵਾਈਵ ਕਰ ਰਹੇ। ਪਰ ਮੇਰਾ ਆਪਣਾ ਇਹ ਮੰਨਣਾ ਹੈ ਕਿ ਇਸ ਟਾਈਮ ਜਿਹੜਾ ਰੋਲ ਆਫ ਸੈਂਟਰਲ ਗਵਰਨਮੈਂਟ ਹੈ ਉਹ ਪੈਰਾਮਾਊਂਟ ਹੈ। ਉਹਨਾਂ ਨੂੰ ਬੜੀਆਂ ਐਡਵਾਈਸਿਸ ਦਿੱਤੀਆਂ ਜਾ ਰਹੀਆਂ ਮੈਂ ਕਿ ਵੀ ਤੁਸੀਂ ਜਿਹੜਾ ਡੈਫਿਸਿਟ ਹੈਗਾ ਵਾ, ਜਿਹੜਾ 3.5% ਹੈ, ਉਸ ਨੂੰ ਵਧਾਇਆ ਜਾਵੇ, ਮੋਨੇਟਾਈਜ਼ ਕੀਤਾ ਜਾਵੇ ਡੈਫਿਸਿਟ ਨੂੰ। ਉਹ ਪੈਸਾ ਲੋਕਾਂ ਦੇ ਵਿੱਚ ਡਾਇਰੈਕਟਲੀ, ਜਿਹਨੂੰ ਉਹਨੂੰ ਕਹਿੰਦੇ ਹੈਲੀਕਾਪਟਰ ਮਨੀ ਕਹਿੰਦੇ ਉਹਨੂੰ, ਵੀ ਲੋਕਾਂ ਦੇ ਵਿੱਚ ਤੁਸੀਂ ਪੈਸਾ, ਸਾਡੇ ਕੋਲ ਇਸ ਟਾਈਮ ਉਹ ਸਿਸਟਮ ਵੀ ਹੈਗਾ ਵਾ। ਜਿਵੇਂ ਅਸੀਂ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੇ ਰਹੇ ਹਾਂ, ਉਵੇਂ ਸਾਡੇ ਕੋਲ ਆਧਾਰ ਕਾਰਡ ਨਾਲ ਲਿੰਕਡ ਸਾਰਿਆਂ ਕੋਲ ਸਾਡੇ ਕੋਲ ਬਹੁਤ ਜ਼ਿਆਦਾ ਟੈਕਨੀਕਲ ਡਾਟਾ ਵਾ। ਅਸੀਂ ਬਹੁਤ ਲੋਕਾਂ ਨੂੰ ਪੈਸਾ ਦੇ ਸਕਦੇ ਹਾਂ, ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਪੈਸਾ ਦੇ ਸਕਦੇ ਹਾਂ ਜਿਨ੍ਹਾਂ ਕੋਲ ਇਸ ਟਾਈਮ ਕਮਾਉਣ ਦੀ ਉਹਨਾਂ ਦੀ ਖਮਤਾ ਖਤਮ ਹੋ ਚੁੱਕੀ ਹੋਈ। ਇਹ ਸਨ ਸਾਡੇ ਨਾਲ ਰਮਨ ਸੁਬਰਾਮਨੀਅਮ ਜੀ, ਚੇਅਰਮੈਨ ਆਫ ਲੁਧਿਆਣਾ ਇੰਪਰੂਵਮੈਂਟ ਟਰਸਟ ਤੋਂ, ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਜਿਹੜਾ ਦੱਸਿਆ GDP ਗਿਰਨ ਦੇ ਕਾਰਨ ਤੇ ਜਿਹੜਾ ਆਮ ਵਿਅਕਤੀ ਹੈ ਹੁਣ ਕੀ ਕਰੇ, ਜਿਹੜਾ ਉਹ ਆਪਣਾ ਕੰਮ ਚਲਾ ਸਕਦਾ ਹੈ, ਕਿਉਂਕਿ ਰੋਜ਼ਗਾਰ ਕਾਫੀਆਂ ਵਾਸਤੇ ਜਿਹੜਾ ਹੈ ਲੋਕਡਾਊਨ ਦੇ ਚਲਦੇ ਆ ਕਈ ਲੋਕਾਂ ਵਾਸਤੇ ਕਾਫੀ ਔਖਾ ਹੋ ਗਿਆ। ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਲੋਕਾਂ ਕੋਲ ਪੈਸੇ ਹੈ ਤਾਂ ਉਹ ਜਿੰਨਾ ਹੋ ਸਕਦਾ ਹੈ ਜੇ ਪੈਸੇ ਨੂੰ ਇਸ ਟਾਈਮ ਨਾ ਬਚਾਉਣ, ਖਰਚ ਕਰਨ, ਤਾਂ ਜੋ ਪੈਸਾ ਜਿਹੜਾ ਹੈ ਮਾਰਕੀਟ 'ਚ ਆ ਸਕੇ ਤੇ ਜਿਹੜੀ ਇਕੋਨੋਮੀ ਹੈ ਉਹ ਦੁਬਾਰਾ ਤੋਂ ਜਿਹੜੀ ਰਨ ਕਰ ਸਕੇ। ਸੋ ਇਹ ਸੀਗੀ ਅੱਜ ਦੀ ਅਪਡੇਟਸ। ਵਧੇਰੀ ਅਪਡੇਟਸ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਪਥਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।